ਬੱਚਿਓ ਅੱਜ ਦੇ ਇਸ ਬੀਏ ਫੋਰਥ ਸਮੈਸਟਰ ਦੇ ਲੈਕਚਰ ਦੇ ਵਿੱਚ ਤੁਹਾਡਾ ਸਵਾਗਤ ਹੈ। ਕੱਲ ਅਸੀਂ ਯੂਨਿਟ 4 ਦਾ ਪਹਿਲਾ ਟੌਪਿਕ ਜਿਹੜਾ ਹੈ ਜਾਂ ਪਹਿਲਾ ਚੈਪਟਰ ਜਿਹੜਾ ਹੈ ਸ਼ੁਰੂ ਕੀਤਾ ਸੀ। ਇਹ ਜਿਹੜਾ ਚੈਪਟਰ ਹੈ ਸਾਡੀ ਜਿਹੜੀ ਭਾਰਤ ਦੀ ਵਿਦੇਸ਼ ਨੀਤੀ ਹੈ ਉਹਦੇ ਨਾਲ ਸੰਬੰਧਿਤ ਸੀ ਤੇ ਅਸੀਂ ਆਪਣੀ ਵਿਦੇਸ਼ ਨੀਤੀ ਦਾ ਨਿਰਮਾਣ ਕਿਸ ਤਰ੍ਹਾਂ ਕੀਤਾ। ਉਸ ਟਾਈਮ ਤੇ ਜਦੋਂ ਪੰਡਿਤ ਨਹਿਰੂ ਨੇ ਸਾਡੀ ਵਿਦੇਸ਼ ਨੀਤੀ ਦਾ ਜਿਹਨਾਂ ਨੂੰ ਚੇਤਾ ਮੰਨਿਆ ਜਾਂਦਾ ਹੈ ਉਹਨਾਂ ਨੇ ਜਦੋਂ ਇਹ ਵਿਦੇਸ਼ ਨੀਤੀ ਦਾ ਨਿਰਮਾਣ ਕੀਤਾ ਉਸ ਵੇਲੇ ਅੰਤਰਰਾਸ਼ਟਰੀ ਸਥਿਤੀ ਕੀ ਸੀ, ਅੰਤਰਰਾਸ਼ਟਰੀ ਪਰਿਸਥਿਤੀਆਂ ਕੀ ਸੀ, ਘਰੇਲੂ ਪਰਿਸਥਿਤੀਆਂ ਕੀ ਸੀ। ਸੋ ਉਦੋਂ ਮੈਂ ਤੁਹਾਨੂੰ ਕੱਲ ਦੱਸਿਆ ਸੀਗਾ ਕਿ ਅਗਰ ਅਸੀਂ 1945 ਦੀ ਗੱਲ ਕਰੀਏ 1945 ਦੇ ਵਿੱਚ ਦੋ ਪ੍ਰਮੁੱਖ ਘਟਨਾਵਾਂ ਜਿਹੜੀਆਂ ਸੀਗੀਆਂ ਉਹ ਘਟੀਆਂ। ਪਹਿਲੀ ਘਟਨਾ ਸੀ ਸੈਕੰਡ ਵਰਲਡ ਵਾਰ ਖਤਮ ਹੋ ਗਈ। ਸੈਕੰਡ ਵਰਲਡ ਵਾਰ ਐਂਡਡ। ਠੀਕ ਹੈ ਜੀ। ਦੂਸਰੀ ਜਿਹੜੀ ਘਟਨਾ ਸੀਗੀ ਉਹ ਸੀਗੀ ਡੀਕੋਲੋਨਾਈਜ਼ੇਸ਼ਨ। ਡੀਕੋਲੋਨਾਈਜ਼ੇਸ਼ਨ decolonization from imperialistic pursuits by different imperial powers। ठीक है। ਤੇ ਮੈਂ ਤੁਹਾਨੂੰ ਕੱਲ ਡਿਟੇਲ ਵਿੱਚ ਸਮਝਾਇਆ ਸੀਗਾ ਕਿ 1945 ਦੇ ਵਿੱਚ ਜਦੋਂ 9 ਅਗਸਤ 1945 ਨੂੰ ਅਮਰੀਕਾ ਨੇ ਜਾਪਾਨ ਦੇ ਸ਼ਹਿਰ ਨਾਗਾਸਾਕੀ ਉੱਤੇ ਐਟਮੀ ਬੰਬ ਸੁੱਟਿਆ, ਉਸ ਤੋਂ ਬਾਅਦ ਇਹ ਜੰਗ ਜਿਹੜੀ ਸੀ ਉਹ ਖਤਮ ਹੋ ਗਈ। ਤੇ 1945 ਦੇ ਵਿੱਚ ਅਕਤੂਬਰ ਦੇ ਵਿੱਚ ਜਿਹੜੀ ਯੂਐਨਓ ਦੀ ਸਥਾਪਨਾ ਹੋਈ, ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ, ਜਿਹਨੂੰ ਕਹਿੰਦੇ ਆਪਾਂ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ, ਸੰਯੁਕਤ ਰਾਸ਼ਟਰ ਸੰਘ। ਠੀਕ ਹੈ ਜੀ। ਸੋ ਇਹਦੀ ਸਥਾਪਨਾ ਹੋਈ। ਇਹਦੀ ਸਥਾਪਨਾ ਇਸ ਕਰਕੇ ਹੋਈ ਕਿਉਂਕਿ ਪੂਰੀ ਦੁਨੀਆ ਜਿਹੜੀ ਹੈ ਇੱਕ ਹੋਰ ਜਿਹੜਾ ਤੀਸਰਾ ਯੁੱਧ ਜਾਂ ਤੀਸਰਾ ਮਹਾਯੁੱਧ ਨਹੀਂ ਚਾਹੁੰਦੀ ਸੀ, ਇਸ ਕਰਕੇ ਇਸ ਸੰਸਥਾ ਦਾ ਜਿਹੜਾ ਸੀਗਾ ਉਹ ਗਠਨ। ਉਸ ਤੋਂ ਬਾਅਦ ਮੈਂ ਕੱਲ੍ਹ ਦੇ ਲੈਕਚਰ 'ਚ ਤੁਹਾਨੂੰ ਇਹ ਵੀ ਦੱਸਿਆ ਸੀਗਾ ਕਿ ਫੋਰਨ ਪਾਲਿਸੀ ਕੀ ਹੁੰਦੀ ਜਾਂ ਫੋਰਨ ਪਾਲਿਸੀ ਦੀ ਜ਼ਰੂਰਤ ਕਿਉਂ ਪੈਂਦੀ। Why we need a foreign policy? Why a country needs a foreign policy? ਇਹਦਾ ਮੈਂ ਤੁਹਾਨੂੰ ਕੱਲ ਦੱਸਿਆ ਸੀ। ਜਿਹੜੇ ਬੱਚਿਆਂ ਨੇ ਕੱਲ ਲੈਕਚਰ ਨਹੀਂ ਸੁਣਿਆ ਜਾਂ ਜਿਹੜੇ ਬੱਚਿਆਂ ਨੇ ਲੈਕਚਰ ਨਹੀਂ ਲਾਇਆ ਕੱਲ, ਉਹਨਾਂ ਦੇ ਵਾਸਤੇ ਮੈਂ ਥੋੜਾ ਜਿਹਾ ਲੈਕਚਰ ਨੂੰ ਜਿਹੜਾ ਹੈਗਾ ਰੀਕੈਪ ਕਰ ਰਿਹਾ। ਸੋ ਫੋਰਨ ਪਾਲਿਸੀ ਦੀ ਲੋੜ ਕਿਉਂਕਿ no country cannot live in isolation. International relations are important to every country। ठीक है। ਜਿਹੜੇ ਅੰਤਰਰਾਸ਼ਟਰੀ ਸੰਬੰਧ ਹੈ ਉਹ ਕਿਸ ਆਧਾਰ ਤੇ ਬਣਦੇ ਨੇ और विदेश नीति की लोड़ इस करके पैंदी है कि कोई भी ਜਿਹੜਾ ਦੇਸ਼ ਹੈ ਉਹ ਆਪਣੇ ਆਪ ਦੇ ਵਿੱਚ ਸਵੈ-ਨਿਰਭਰ ਨਹੀਂ ਹੈ। ਉਹਨੂੰ ਆਪਣੀਆਂ ਨੀਡਸ ਵਾਸਤੇ ਦੂਸਰੇ ਦੇਸ਼ਾਂ ਉੱਤੇ ਨਿਰਭਰ ਕਰਨਾ ਪੈਂਦਾ। ਦੂਸਰੇ ਦੇਸ਼ਾਂ ਉੱਤੇ ਨਿਰਭਰ ਕਰਨਾ ਪੈਂਦਾ ਹੈ। ਜਦੋਂ ਦੂਸਰੇ ਦੇਸ਼ਾਂ ਉੱਤੇ ਨਿਰਭਰ ਕਰਨਾ ਪੈਂਦਾ ਹੈ ਤੇ ਉਦੋਂ ਸਾਨੂੰ ਦੂਸਰੇ ਦੇਸ਼ਾਂ ਦੇ ਨਾਲ ਕੀ ਹੈ ਅੰਤਰਰਾਸ਼ਟਰੀ ਸੰਬੰਧ ਵੀ ਬਣਾਉਣੇ। ठीक है। इस करके हर जो देश है विश्व के उन्होंने एक सशक्त विदेश नीति की जी है जरूरत पैंती। फिर उस तो बाद आप कल के लैक्चर से चर्चा की कि विदेश नीति की होंगी, फॉरेन पॉलिसी की होंगी। ठीक है जी। सेट ऑफ प्रिंसिपल on the basis of
on the basis of which international relations are made। ਇਹੋ ਜਿਹੇ ਸਿਧਾਂਤ ਜਿਨ੍ਹਾਂ ਦੇ ਆਧਾਰ ਉੱਤੇ ਦੂਸਰੇ ਦੇਸ਼ਾਂ ਦੇ ਨਾਲ ਅੰਤਰਰਾਸ਼ਟਰੀ ਸੰਬੰਧ ਬਣਾਏ ਜਾਂਦੇ ਹੈ ਉਹਨੂੰ ਅਸੀਂ ਵਿਦੇਸ਼ ਨੀਤੀ ਜਾਂ ਉਹਨੂੰ ਅਸੀਂ ਵਿਦੇਸ਼ ਨੀਤੀ ਕਹਿੰਦੇ ਹਾਂ। ਠੀਕ ਹੈ, ਫੋਰਨ ਪਾਲਿਸੀ ਕਹਿੰਦੇ ਹਾਂ। ਉਸ ਤੋਂ ਬਾਅਦ ਜਿਹੜਾ ਅਸੀਂ ਜਿਹੜਾ ਅਗਲਾ ਇਹਦੇ ਵਿੱਚ ਟੌਪਿਕ ਡਿਸਕਸ ਕੀਤਾ ਸੀ ਕੱਲ ਵਾਲੇ ਲੈਕਚਰ ਦੇ ਵਿੱਚ ਉਹ ਸੀਗਾ कि meaning of foreign policy, meaning of foreign policy, ठीक है जी, मीनिंग की है फॉरेन पॉलिसी। ठीक है जी, ਵੱਖ-ਵੱਖ ਵਿਚਾਰਕ ਸੀਗੇ ਜਿਨ੍ਹਾਂ ਨੇ ਵਿਦੇਸ਼ ਨੀਤੀ ਦੀਆਂ ਜਿਹੜੀਆਂ ਹੈ ਉਹ परिभाषावां ਦਿੱਤੀਆਂ। ठीक है जी, ਇਹਦੇ ਵਿੱਚ ਜਿਹੜੇ ਪ੍ਰਮੁੱਖ ਵਿਚਾਰਕ ਸੀਗੇ ਕਿਹੜੇ-ਕਿਹੜੇ ਸੀ? ਇੱਕ ਸੀ ਐਲਐਸ ਗਿਲ, ਇੱਕ ਸੀ ਹਾਰਟਮੈਨ, ठीक है, एक सी जॉर्ज मोडेलेस्की, जॉर्ज मोडेलेस्की, ठीक है, और अंत में डॉक्टर जॉनसन। ठीक है, इन्हां विचों असीं एलएस हिल, हार्टमैन, हुण हार्टमैन जिहड़ा हैगा है वो फॉरेन पॉलिसी ਨੂੰ एक सिस्टमैटिक स्टेटमेंट बनाता है, सिस्टमैटिक स्टेटमेंट ऑफ selected national interest ਦੀ ਜਿਹੜੀ ਹੈਗੀ ਹੈ ਸਟੇਟਮੈਂਟ। ਠੀਕ ਹੈ, ਹੁਣ ਨੈਸ਼ਨਲ ਇੰਟਰਸਟ ਕੀ ਹੁੰਦਾ ਹੈ, ਰਾਸ਼ਟਰੀ ਹਿੱਤ ਕੀ ਹੁੰਦਾ ਹੈ, ਇਹਨੂੰ ਆਪਾਂ ਬੇਸ ਵੀ ਕਹਿੰਦੇ ਹਾਂ ਜਾਂ बेसिस ऑफ एफपी भी कहते हैं, बेसिस ऑफ फॉरेन पॉलिसी भी कहते हैं। बेसिस ऑफ फॉरेन पॉलिसी का इतने अर्थ है, बेसिस ऑफ फॉरेन पॉलिसी का इतने अर्थ है जिस आधार उत्ते ਜਿਹੜੇ ਹਿੱਤਾਂ ਦੇ ਆਧਾਰ ਉੱਤੇ ਸਾਡੀ ਵਿਦੇਸ਼ ਨੀਤੀ ਦਾ ਨਿਰਧਾਰਨ ਕੀਤਾ ਜਾਂਦਾ ਹੈ ਬਣਾਈ ਜਾਂਦੀ ਹੈ ਉਹਨੂੰ ਆਪਾਂ ਨੈਸ਼ਨਲ ਇੰਟਰਸਟ। ਹੁਣ ਜਿਹੜਾ ਹਾਰਟਮੈਨ ਹੈ ਉਹ ਕੀ ਕਹਿ ਰਿਹਾ ਹੈ कि फॉरेन पॉलिसी की हुई है ਇਹੋ जी स्टेटमेंट ਹੁੰਦੀ ਹੈ ਜਿਹਦੇ ਵਿੱਚ ਕੀ ਸ਼ਾਮਲ ਹੁੰਦਾ ਹੈ, ਸਿਲੈਕਟਡ ਨੈਸ਼ਨਲ। ਤੁਸੀਂ ਜਿੰਨੇ ਵੀ ਦੇਸ਼ ਦੇਖ ਲਓ ਵਿਸ਼ਵ ਦੇ ਵਿੱਚ ਉਹਨਾਂ ਸਾਰੇ ਦੇਸ਼ਾਂ ਦੀ ਜਿਹੜੀ ਵਿਦੇਸ਼ ਨੀਤੀ ਹੈ ਉਹਦੇ ਰਾਸ਼ਟਰੀ ਹਿੱਤ ਦੇ ਆਧਾਰ अमेरिका की देख लो, पाकिस्तान की देख लो, इंडिया की देख लो, बांग्लादेश की देख लो, इंग्लैंड की देख लो, मतलब ये सारे देशों की देख लो, उन्होंने अपने नैशनल इंटरस्ट वो भी वो उदा ही एक्ट से रिएक्ट करनगे अंतरराष्ट्रीय सिचुएशन दे विच जिद्दां उन्हां नूं किया जाऊगा या जिद्दां उन्हां नूं सूट करदा होएगा, जिद्दां उन्हां दे लोकां दा हित होएगा, जिद्दां उन्हां दे राष्ट्र। ठीक है जी, हुण जिहड़ा डॉक्टर जॉनसन है उन्हें इसनूं आर्ट बने part of government chiefly related to chiefly related to foreign powers। मतलब वो कहता है कि विदेश नीति ਇਹੋ ਜਿਹੀ ਕਲਾ ਹੈ ਜਿਸ ਦਾ ਸੰਬੰਧ ਵਿਦੇਸ਼ੀ ਤਾਕਤਾਂ ਨਾਲ।
मतलब विदेशी ताकतां दे नाल ਜਿਹੜੇ ਅਸੀਂ ਸੰਬੰਧ ਸਥਾਪਿਤ ਕਰਦੇ ਹਾਂ ਜਾਂ ਸੰਬੰਧ ਬਣਾਉਂਦੇ ਹਾਂ ਜਾਂ ਜਿਨ੍ਹਾਂ ਆਧਾਰਾਂ ਉੱਤੇ ਅਸੀਂ ਸੰਬੰਧ ਬਣਾਉਂਦੇ ਹਾਂ, ਉਹ ਜਿਹੜੀ ਸਾਰੀ ਵਿਵਸਥਾ ਹੈ ਉਹਨੂੰ ਅਸੀਂ ਜਿਹੜਾ ਹੈਗਾ ਫੋਰਨ ਪਾਲਿਸੀ ਕਹਿੰਦੇ ਹਾਂ ਜਾਂ ਵਿਦੇਸ਼ ਨੀਤੀ ਕਹਿੰਦੇ ਹਾਂ। ਹੁਣ ਜਿਹੜਾ ਹਿੱਲ ਹੈ ਉਹਨੇ ਵੀ ਜਿਹੜੀ ਵਿਦੇਸ਼ ਨੀਤੀ ਹੈ ਉਹਨੂੰ ਪ੍ਰਮੋਸ਼ਨ ਆਫ national interest, promotion of national interest ਦੇ ਨਾਮ ਤੇ ਇੱਕ ਹੋਰ ਵਿਚਾਰਕ ਹੋਇਆ ਮੋਡਲੈਸਕੀ ਕੀ ਕਹਿੰਦਾ ਹੈ system of activities involved in communities of changing the behavior of, मतलब ਉਹਨੇ ਜਿਹੜਾ ਫੋਰਨ ਪਾਲਿਸੀ ਹੈ ਉਹਨੂੰ ਕਮਿਊਨਿਟੀ ਦੇ ਨਾਲ, ਠੀਕ ਹੈ ਜੀ, ਫੋਰਨ ਪਾਲਿਸੀ ਨੂੰ ਕਮਿਊਨਿਟੀ ਦੇ ਨਾਲ ਜੋੜਿਆ। ਉਹਦੇ ਅਨੁਸਾਰ ਜਿਹੜੇ ਦੇਸ਼ ਨੇ ਅੰਤਰਰਾਸ਼ਟਰੀ ਵਾਤਾਵਰਣ ਦੇ ਵਿੱਚ ਐਕਟ ਦੇ ਰਿਐਕਟ ਕਰਦੇ ਆ। ਇਹਨੂੰ ਜਿਹੜਾ ਹੈ ਮੋਡਲੈਸਕੀ ਜਿਹੜਾ ਹੈਗਾ ਉਹ ਫੋਰਨ ਵਿਦੇਸ਼ ਨੀਤੀ, ठीक है। फिर दूसरा स्वामी है फॉरेन पॉलिसी इज बंडल ऑफ प्रिंसिपल, जेड़ा दूसरा स्वामी है वो फॉरेन पॉलिसी को मान लिया है। फॉरेन पॉलिसी इज बंडल ऑफ प्रिंसिपल, बंडल ऑफ प्रिंसिपल that regulate the relationship between states, ठीक है। वो भी कहता है कि देश नीति ਇਹੋ ਜਿਹਾ ਸਿਧਾਂਤਾਂ ਦਾ ਸਮੂਹ ਹੈ ਜਾਂ ਗਠੜੀ ਹੈ ਜਿਹੜੀ ਕਿ ਅੰਤਰਰਾਸ਼ਟਰੀ ਸੰਬੰਧਾਂ ਨੂੰ ਨਿਰਧਾਰਿਤ ਕਰਦੀ ਹੈ ਜਾਂ ਅੰਤਰਰਾਸ਼ਟਰੀ ਸੰਬੰਧਾਂ ਨੂੰ ਪਰਿਭਾਸ਼ਿਤ ਕਰਦੀ ਹੈ, ਠੀਕ ਹੈ ਜੀ। ठीक है जी, ये सीधे ये परिभाषा। तो ਅਸੀਂ ਸਿੰਪਲ ਲੈਂਗੁਏਜ ਦੇ ਵਿੱਚ ਅਸੀਂ ਵਿਦੇਸ਼ ਨੀਤੀ ਨੂੰ ਇਹੋ ਜਿਹੇ ਸਿਧਾਂਤਾਂ ਕਵਾਂਗੇ ਜਿਸ ਦੇ ਵਿੱਚ ਰਾਸ਼ਟਰੀ ਹਿੱਤ ਸ਼ਾਮਿਲ ਹੁੰਦਾ ਹੈ ਔਰ ਇਸ ਆਧਾਰ ਉੱਤੇ ਇਹਨਾਂ ਸਿਧਾਂਤਾਂ ਦੇ ਆਧਾਰ ਉੱਤੇ ਜਦੋਂ ਇੱਕ ਦੇਸ਼ ਦੂਸਰੇ ਦੇਸ਼ ਦੇ ਨਾਲ ਸੰਬੰਧ ਸਥਾਪਿਤ ਕਰਦਾ ਹੈ ਉਹਨੂੰ ਅਸੀਂ ਕੀ ਕਹਿੰਦੇ ਹਾਂ, ਉਹਨੂੰ ਅਸੀਂ ਕਹਿੰਦੇ ਹਾਂ ਫੋਰਨ ਪਾਲਿਸੀ ਜਾਂ ਵਿਦੇਸ਼। ਹੁਣ ਇੱਕ ਹੋਰ ਰਾਜਨੀਤਿਕ ਵਿਚਾਰਕ ਹੋਇਆ ਫਾਰਮਰ ਐਂਡ ਫਾਰਕਿੰਗ। फार्मिंग एंड फार्कर ਜਿਹੜਾ फार्मर एंड फार्किंग ਹੈਗਾ ਉਹਨੇ डिटर्मिनेंट्स ऑफ फॉरेन पॉलिसी ਦੀ ਗੱਲ ਕੀਤੀ, मतलब ਉਹਨੇ ਜਿਹੜੇ ਤੱਤ ਨਿਰਧਾਰਿਤ ਤੱਤਾਂ ਦੀ ਗੱਲ ਕੀਤੀ ਹੈ ਔਰ ਉਹ ਇਹ ਕਹਿੰਦਾ ਕਿ ਜਦੋਂ ਆਪਾਂ डिटर्मिनेंट्स ਦੀ ਗੱਲ ਕਰਦੇ ਹਾਂ ਉਹਨੂੰ ਲੋਕ ਸਿਆਰ ਅਸੀਂ ਜਿਹੜਾ ਹੈਗਾ ਮੰਨਣਾ। एक तो है डोमेस्टिक, ठीक है, डोमेस्टिक फैक्टर हो गए घरेलू तत्व, दूसरे हो गए अंतरराष्ट्रीय तत्व, इंटरनेशनल। तो ये जिदा इंटरनेशनल फैक्टर्स अगर असं गल करिए तो इंटरनेशनल फैक्टर्स के ठीक है, इंटरनेशनल फैक्टर्स देखिए तो सिचुएशन एट द टाइम ऑफ फ्रेमिंग ऑफ
इंडिया एफपी का मतलब है फॉरेन। ठीक है, फिर ਇਹਦੇ ਵਿੱਚ ਇੱਕ ਹੋਰ ਫੈਕਟਰ ਆਇਆ ਨਾ ਟੂ ਬਲੌਕ ਪੋਲਿਟਿਕਸ, ਇਹ ਮੈਂ ਤੁਹਾਨੂੰ ਦੱਸ ਚੁੱਕਾ ਹਾਂ, ਕੱਲ ਸਮਝਾ ਚੁੱਕਾ ਤੁਹਾਨੂੰ ਸਾਰਾ। ਠੀਕ ਹੈ, ਦੋ ਗੁੱਟ ਬਣੇ ਸੀਗੇ ਅੰਤਰਰਾਸ਼ਟਰੀ ਪੱਧਰ ਉੱਤੇ, ਜਿਹਦੇ ਆਧਾਰ ਉੱਤੇ ਇਹ ਜਿਹੜੇ ਗੁੱਟ ਸੀਗੇ ਵਿਚਾਰਧਾਰਾ ਦੇ ਆਧਾਰ ਉੱਤੇ ਬਣੇ ਸੀ। ਅਮਰੀਕਾ ਵਾਲਾ ਗੁੱਟ ਸੀਗਾ ਤੇ ਸੋਵੀਅਤ ਸੰਘ ਵਾਲਾ ਗੁੱਟ ਸੀਗਾ। ਇਹਨਾਂ ਦੇ ਵਿਚਕਾਰ ਜਿਹੜਾ ਵਿਚਾਰਧਾਰਾ ਨੂੰ ਲੈ ਕੇ ਜਿਹੜਾ ਬਹੁਤ ਸਾਲਾਂ ਠੰਡਾ ਯੁੱਧ ਜਿਹੜਾ ਚੱਲਦਾ ਰਿਹਾ, ਔਰ ਉਹਦੇ ਆਧਾਰ ਉੱਤੇ ਹੀ ਅੰਤਰਰਾਸ਼ਟਰੀ ਜਿਹੜੇ ਸੰਬੰਧ ਸੀਗੇ ਉਹ ਨਿਰਧਾਰਿਤ ਹੁੰਦੇ ਰਹੇ। ਠੀਕ ਹੈ, ਉਹਦੇ ਇਰਦ ਗਿਰਦ ਹੀ ਸਾਰੀ ਜਿਹੜੀ ਹੈ ਪੋਲਿਟਿਕਸ ਚੱਲਦੀ ਗਈ। ਉਹ ਉਹਦੇ ਵਿੱਚ ਕੀ ਸੀ, ਇੰਡੀਆ ਨੇ ਜਿਹੜਾ ਸੀ ਕੋਈ ਵੀ ਬਲੌਕ ਨਹੀਂ ਜੁਆਇਨ ਕੀਤਾ। ਇੰਡੀਆ ਨੇ ਜਿਹੜਾ ਸੀਗਾ ਨੌਨ ਅਲਾਈਨ ਮੂਵਮੈਂਟ, ਇੰਡੀਆ ਦੀ ਜਿਹੜੀ ਫੋਰਨ ਪਾਲਿਸੀ ਸੀ ਉਹ ਨਿਸ਼ਪਕਸ਼ ਸੀ। ਨਿਸ਼ਪਕਸ਼ ਦਾ ਕਹਿਣ ਦਾ ਮਤਲਬ ਹੈ ਕਿ ਇੰਡੀਆ ਨੇ ਬਲੌਕ ਪੋਲਿਟਿਕਸ ਦਾ ਹਿੱਸਾ ਨਾ ਬਣ ਕੇ ਇੱਕ ਇੰਡੀਪੈਂਡੈਂਟ ਸਸ਼ਕਤ ਫੋਰਨ ਪਾਲਿਸੀ ਦਾ ਜਿਹੜਾ ਸੀਗਾ ਨਿਰਮਾਣ ਕੀਤਾ, ਜਿਹਦੀ ਆਧਾਰਸ਼ਿਲਾ ਜਿਹੜਾ ਸੀਗਾ ਗੁੱਟ ਨਿਰਪੇਖ ਮੂਵਮੈਂਟ ਬਣਿਆ। ਔਰ ਇਸ ਅੰਦੋਲਨ ਦੇ ਨਾਲ ਜਿਹੜਾ ਸੀਗਾ ਬੜੇ ਦੇਸ਼ ਜਿਹੜੇ ਹੈ ਉਹ ਜੁੜੇ। ਇਹ ਚੈਪਟਰ ਅਸੀਂ ਅਗਲਾ ਇਸ ਯੂਨਿਟ 'ਚ ਜਿਹੜਾ ਅਗਲਾ ਚੈਪਟਰ ਹੈ ਉਹ ਗੁੱਟ ਨਿਰਪੇਖ ਅੰਦੋਲਨ ਦੇ ਉੱਤੇ ਹੈ। ਉਹ ਫਿਰ ਉਹਦੇ ਵਿੱਚ ਜਦੋਂ ਅਸੀਂ ਉਹ ਚੈਪਟਰ ਕਰਾਂਗੇ ਤੇ ਉਹਦੇ ਵਿੱਚ ਜਿਹੜਾ ਅਸੀਂ ਇਹਦੀ ਪੂਰੀ ਡਿਸਕਸ਼ਨ ਡਿਟੇਲ ਦੇ ਵਿੱਚ ਇਸ ਟੌਪਿਕ ਦੀ ਜਿਹੜੀ ਕਰਾਂਗੇ। ਠੀਕ ਹੈ ਜੀ, ਹੁਣ ਇਹਦੇ ਤੱਕ ਤੁਹਾਨੂੰ ਮੈਨੂੰ ਲੱਗਦਾ ਕਿ ਸਾਰਾ ਟੌਪਿਕ ਜਿਹੜਾ ਹੈਗਾ ਉਹ ਸਮਝ ਲੱਗ ਗਿਆ ਹੋਊਗਾ। ਹੁਣ ਜਦੋਂ ਅਸੀਂ ਘਰੇਲੂ ਤੱਤਾਂ ਦੀ ਗੱਲ ਕਰੀਦੀ ਹੈ, ਇਹਦੇ ਵਿੱਚ ਕੁਝ ਚੀਜ਼ਾਂ ਹੁੰਦੀਆਂ ਜਿੱਦਾਂ ਇਹਦੇ ਵਿੱਚ ਜੀਓਗ੍ਰਾਫੀ ਆ ਜਾਂਦੀ, ਭੂਗੋਲ, ਇਹਦੇ ਵਿੱਚ ਇਤਿਹਾਸ ਆ ਜਾਂਦਾ ਹੈ, ਇਹਦੇ ਵਿੱਚ ਵਿਚਾਰਧਾਰਾ ਆ ਜਾਂਦੀ ਹੈ, ਆਈਡੀਓਲੋਜੀ ਆ ਜਾਂਦੀ ਹੈ। ਠੀਕ ਹੈ, ਇਹਦੇ ਵਿੱਚ ਭਾਰਤ ਦਾ ਜਿਹੜਾ ਅੰਤਰਰਾਸ਼ਟਰੀ ਅੰਦੋਲਨ ਹੋਇਆ, ਫਰੀडम ਮੂਵਮੈਂਟ ਦਾ ਜਿਹੜਾ ਪ੍ਰਭਾਵ ਉਹ ਆ ਜਾਂਦਾ। ਫਿਰ ਇਹਦੇ ਵਿੱਚ ਜਿਹੜੇ ਹੈ ਇਕਨੋਮਿਕ ਫੈਕਟਰ ਵੀ ਜਿਹੜੇ ਆ ਜਾਂਦੇ। ਠੀਕ ਹੈ, ਹੁਣ ਜਦੋਂ ਅਸੀਂ ਭੂਗੋਲ ਦੀ ਗੱਲ ਕਰੀਏ ਤਾਂ ਭੂਗੋਲ ਵੀ ਇੱਕ ਇੰਪੋਰਟੈਂਟ ਫੈਕਟਰ ਹੈ ਜਾਂ ਡਿਟਰਮੀਨੈਂਟ ਹੈ ਜਿਸ ਆਧਾਰ ਉੱਤੇ ਭਾਰਤ ਨੇ ਜਿਹੜੀ ਆਪਣੀ ਵਿਦੇਸ਼ ਨੀਤੀ ਹੈ ਉਹਦਾ ਨਿਰਧਾਰਨ ਕੀਤਾ। ਠੀਕ ਹੈ ਜੀ, ਹੁਣ ਇੰਡੀਆ ਨੇ ਹਮੇਸ਼ਾ ਜਿਹੜਾ ਹੈ ਪੀਸਫੁਲ ਫੋਰਨ ਪਾਲਿਸੀ ਦਾ ਜਿਹੜਾ ਹੈ ਸਮਰਥਨ ਰਿਹਾ ਹੈ। ਜਿੰਨੀਆਂ ਅੰਤਰਰਾਸ਼ਟਰੀ ਜਿਹੜੀਆਂ ਸੰਸਥਾਵਾਂ ਹੈਗੀਆਂ, ਜਿੰਨੀਆਂ ਅੰਤਰਰਾਸ਼ਟਰੀ ਸੰਸਥਾਵਾਂ ਹੈ, ਭਾਰਤ ਉਹਦਾ ਮੈਂਬਰ ਹੈ, ਜਿੱਦਾਂ ਯੂਐਨਓ ਹੋ ਗਿਆ। ਠੀਕ ਹੈ, ਯੂਐਨਓ ਤੋਂ ਬਾਅਦ ਜਿਹੜਾ ਨੈਮ ਨॉन ਅਲਾਈਨਡ ਮੂਵਮੈਂਟ, ਫਿਰ ਨੈਮ ਤੋਂ ਬਾਅਦ ਇਸ ਵੇਲੇ ਅਗਰ ਗੱਲ ਕਰੀਏ ਰੀਜਨਲ ਆਰਗੇਨਾਈਜੇਸ਼ਨ ਹੈਗੀਆਂ, ਵਿਸ਼ਵ ਦੇ ਵਿੱਚ ਕਈ ਜਿਹੜਾ ਕੇਂਦਰੀ ਸੰਸਥਾਵਾਂ ਹੈਗੀਆਂ, ਭਾਰਤ ਉਹਦਾ ਵੀ ਜਿਹੜਾ ਹੈ। ਅਗਰ ਅਸੀਂ ਨਹਿਰੂ ਜੀ ਦੀ ਗੱਲ ਕਰੀਏ, ਪੰਡਿਤ ਨਹਿਰੂ ਦੀ ਗੱਲ ਕਰੀਏ, ਤਾਂ ਪੰਡਿਤ ਨਹਿਰੂ ਨੇ ਹਮੇਸ਼ਾ ਆਜ਼ਾਦੀ ਤੋਂ ਬਾਅਦ ਇੱਕ ਜਿਹੜਾ ਸੀ ਸ਼ਾਂਤੀਵਾਦੀ ਵਿਦੇਸ਼ ਨੀਤੀ ਦਾ ਸਮਰਥਨ ਕੀਤਾ। ਭਾਰਤ ਨੇ ਯੂਐਨਓ ਜਾਂ ਹੋਰ ਮੰਚਾਂ ਤੋਂ ਸਾਰੇ ਦੇਸ਼ਾਂ ਦੇ ਨਾਲ ਜਿਹੜਾ ਸੀਗਾ ਸ਼ਾਂਤੀਪੂਰਵਕ ਸੰਬੰਧ ਬਣਾਉਣ ਦੀ ਗੱਲ ਕੀਤੀ। ਠੀਕ ਹੈ ਜੀ, ਸੋ ਜਿਓਗ੍ਰਾਫੀ ਜਾਂ ਭੂਗੋਲ ਜਿਹੜਾ ਹੈ ਉਹ ਜਿੱਦਾਂ ਅਗਰ ਇੰਡੀਆ ਦੀ ਆਪਾਂ ਗੱਲ ਕਰੀਏ ਤਾਂ ਇੰਡੀਆ ਦਾ ਜਿਹੜਾ ਬਾਰਡਰ ਹੈ ਉਹ 8200 ਸਕੁਅਰ ਕਿਲੋਮੀਟਰ। ਠੀਕ ਹੈ, ਇੰਡੀਆ ਦਾ ਬਾਰਡਰ ਚੀਨ ਦੇ ਨਾਲ ਲੱਗਦਾ ਹੈ। ਠੀਕ ਹੈ, ਫਿਰ ਪਾਕਿਸਤਾਨ ਦੇ ਨਾਲ ਲੱਗਦਾ ਹੈ। फिर अगर सी की गल करिए श्रीलंका के नाल भी लगता है। ठीक है जी, और मैं तो एक एग्जांपल दूंगा जिदा असं इंग्लैंड की गल करिए ब्रिटेन की गल करिए तो ब्रिटेन की जी भूगोलिक स्थिति सी वो यहो जी सी कि चारे पासे समुद्र लगता सी, तो उन्होंने जी अपनी जियोग्राफी सी या भूगोल सी ਉਹਦਾ ਕਿੰਨਾ ਫਾਇਦਾ ਉਠਾਇਆ। ਉਹਨਾਂ ਨੇ ਇਸ ਦਾ ਫਾਇਦਾ ਜਿਹੜਾ ਸੀਗਾ ਬੜੇ ਸਹੀ ਢੰਗ ਨਾਲ ਜਿਹੜਾ ਸੀਗਾ ਉਠਾਇਆ। ਉਹਨਾਂ ਨੇ ਆਪਣੀ
ਜਿਹੜੀ ਨੇਵੀ ਸੀਗੀ ਜਾਂ ਜਿਹਨੂੰ ਆਪਾਂ ਜਲ ਸੈਨਾ ਕਹਿੰਦੇ ਆ, ਉਹ ਬਹੁਤ ਸਟਰੋਂਗ ਹੈ ਸਰ। ਉਹਦੇ ਆਧਾਰ ਉੱਤੇ ਉਹਨਾਂ ਨੇ ਜਿਹੜਾ ਸੀ ਪੂਰੇ ਵਿਸ਼ਵ ਦੇ ਉੱਤੇ ਰਾਜ, ਪੂਰੇ ਵਿਸ਼ਵ ਦੀਆਂ ਸੰਸਥਾਵਾਂ ਉੱਤੇ ਜਿਹੜਾ ਸੀਗਾ, ਵਿਸ਼ਵ ਦੇ ਸਾਰੇ ਸੰਸਥਾਵਾਂ ਦੇ ਦੇਸ਼ਾਂ ਉੱਤੇ ਜਿਹੜਾ ਸੀਗਾ ਰਾਜ। ਇਸੇ ਤਰ੍ਹਾਂ ਭਾਰਤ ਦਾ ਜਿਹੜਾ ਹੈ ਚਾਰੋਂ ਪਾਸੇ ਭਾਰਤ ਨੂੰ ਬਾਰਡਰ ਲੱਗਦਾ ਹੈ। ਪਾਕਿਸਤਾਨ ਵੀ ਟਰਬਲ ਕ੍ਰੀਏਟ ਕਰਦਾ ਹੈ, ਕਈ ਵਾਰੀ ਚੀਨ ਵੀ ਟਰਬਲ ਕ੍ਰੀਏਟ ਕਰਦਾ ਹੈ। ਸੋ ਇਹਨਾਂ ਦੇਸ਼ਾਂ ਦੇ ਨਾਲ ਸ਼ਾਂਤੀਪੂਰਵਕ ਸੰਬੰਧ ਬਣਾਉਣਾ ਬਹੁਤ ਜ਼ਰੂਰੀ ਸੀ। ਠੀਕ ਹੈ। ਉਸ ਤੋਂ ਬਾਅਦ ਇਤਿਹਾਸਿਕਤਾ, ਇਹਦੇ ਵਿੱਚ ਭਾਰਤ ਦੀ ਇਤਿਹਾਸਿਕ ਪਰੰਪਰਾ, ਵਿਸ਼ਵ ਸ਼ਾਂਤੀ ਅਤੇ ਸਮਰਥਨ। ਭਾਰਤ ਨੇ, ਮੈਂ ਤੁਹਾਨੂੰ ਪਹਿਲੇ ਦੱਸ ਚੁੱਕਾ ਹੈ ਕਿ ਅਗਰ ਅਸੀਂ ਇਤਿਹਾਸਿਕ ਦ੍ਰਿਸ਼ਟੀ ਤੋਂ ਦੇਖੀਏ, ਭਾਰਤ ਨੂੰ ਮਹਾਤਮਾ ਗਾਂਧੀ, ਭਾਰਤ ਨੂੰ ਬੁੱਧ, ਭਾਰਤ ਨੂੰ ਮਹਾਵੀਰ ਜੈਨ, ਭਾਰਤ ਨੂੰ ਗੁਰੂ ਨਾਨਕ, ਭਾਰਤ ਨੂੰ ਹੋਰ ਜਿਹੜੇ ਪੀਰ ਪੈਗੰਬਰ ਹੋਏ ਉਹਨਾਂ ਦੀ ਜਿਹੜੀ ਹੈ ਧਰਤੀ ਜਿਹੜਾ ਮੰਨਿਆ ਜਾਂਦਾ ਹੈ। ਔਰ ਇਹਨਾਂ ਸਾਰੇ ਪੈਗੰਬਰਾਂ ਨੇ ਭਾਰਤ ਦੇ ਵਿੱਚ ਜਿਹੜਾ ਹੈ ਸ਼ਾਂਤੀ ਦਾ ਜਿਹੜਾ ਸੀਗਾ ਸੰਦੇਸ਼ ਜਿਹੜਾ ਸੀਗਾ ਉਹ ਪਹੁੰਚਾਇਆ। ਠੀਕ ਹੈ, ਸ਼ਾਂਤੀ ਦੇ ਸੰਦੇਸ਼ ਦੀ ਗੱਲ ਕੀਤੀ, ਨੌਨ ਵਾਇਲੈਂਸ ਦੀ ਗੱਲ ਕੀਤੀ, ਫਿਰ ਜਿਹੜਾ ਹੈ ਸੱਚਾਈ ਦੀ ਗੱਲ ਕੀਤੀ, ਟਰੂਥ ਦੀ ਗੱਲ ਕੀਤੀ। ਸੋ ਇਤਿਹਾਸਿਕ ਰੂਪ ਨਾਲ ਦੇਖੀਏ ਭਾਰਤ ਹਮੇਸ਼ਾ ਹੀ ਜਿਹੜਾ ਹੈਗਾ ਹੈ ਉਹ ਸ਼ਾਂਤੀਵਾਦੀ ਜਿਹੜੀ ਹੈ ਵਿਵਸਥਾ ਦਾ ਸਮਰਥਕ ਰਿਹਾ ਹੈ। ਔਰ ਭਾਰਤ ਨੇ ਉਸ ਆਧਾਰ ਉੱਤੇ ਹੀ ਜਿਹੜਾ ਹੈ ਮਤਲਬ ਆਪਣੀ ਜਿਹੜੀ ਵਿਦੇਸ਼ ਨੀਤੀ ਹੈ ਉਹਦਾ ਵਿਧਾਨ ਜਿਹੜਾ ਹੈ ਉਹ ਕੀਤਾ। ਠੀਕ ਹੈ ਜੀ। ਉਸ ਤੋਂ ਬਾਅਦ ਜੇ ਆਪਾਂ ਅਗਲੇ ਤੱਤ ਤੇ ਆਈਏ, ਅਗਲੇ ਤੱਤ ਹੈਗਾ ਸਾਡਾ ਆਈਡੀਓਲੋਜੀਕਲ। ਆਈਡੀਓਲੋਜੀ ਨੂੰ ਅਸੀਂ ਕਹਿੰਦੇ ਹਾਂ ਵਿਚਾਰਧਾਰਾ। ਹੁਣ ਇਹਦੇ ਵਿੱਚ ਜਿੱਦਾਂ ਗਾਂਧੀਵਾਦ ਦਾ ਪ੍ਰਭਾਵ, ਮਾਰਕਸਵਾਦ ਦਾ ਪ੍ਰਭਾਵ, ਜਿਹੜੀਆਂ ਵਿਚਾਰਧਾਰਾਵਾਂ ਉਸ ਟਾਈਮ ਤੇ ਪ੍ਰੋਮੀਨੈਂਟ ਸੀਗੀਆਂ ਵਿਸ਼ਵ ਦੇ ਵਿੱਚ, ਉਹਦਾ ਪ੍ਰਭਾਵ ਭਾਰਤ ਦੀ, ਜਦੋਂ ਭਾਰਤ ਨੇ ਆਪਣੀ ਵਿਦੇਸ਼ ਨੀਤੀ ਦਾ ਨਿਰਧਾਰਨ ਕਰਨਾ ਸੀ ਉਹਦੇ ਉੱਤੇ ਪਿਆ। ਠੀਕ ਹੈ ਜੀ, ਉਹਦੇ ਉੱਤੇ ਪਿਆ। ਠੀਕ ਹੈ। ਸੋ ਇਸ ਤਰ੍ਹਾਂ ਜਿਹੜਾ ਹੈ ਭਾਰਤ ਨੇ ਆਈਡੀਓਲੋਜੀਕਲੀ ਜਿਹੜਾ ਹੈ ਆਈਡੀਓਲੋਜੀ ਜਿਹੜੀ ਸੀ ਉਹ ਆਧਾਰ ਬਣੀ। ਉਸ ਤੋਂ ਬਾਅਦ ਜੇ ਆਪਾਂ ਆਪਣੇ ਸੰਵਿਧਾਨ ਅੰਦੋਲਨ ਦੀ ਗੱਲ ਕਰੀਏ, ਭਾਰਤ ਨੇ ਦਾ ਜਿਹੜੀ ਨੈਸ਼ਨਲ ਮੂਵਮੈਂਟ ਸੀਗੀ ਉਹ ਸਾਰੀ ਜਿਹੜੀ ਸੀ ਪੀਸਫੁਲ ਸੀ, ਪੀਸਫੁਲ ਸੀ। ठीक है, भारत ने आजादी जी है मतलब गन एंड जो बॉम्ब के नाम नहीं रही, उसने जो है पीसफुल आंदोलन करके जो आज़ादी प्राप्त की बाय डेमोक्रेटिक मीन्स। ठीक है जी। सो इस गल का जो प्रभाव सीगा वो भारत की विदेश नीति के निर्धारण में। तो ये ਇਹਦੇ ਵਿੱਚ ਇੱਕ ਹੋਰ ਪੁਆਇੰਟ ਹੈ ਜਿਹੜਾ ਆਪਾਂ ਡਿਸਕਸ ਕਰਨਾ ਹੈ, ਆਰਥਿਕ। ਹੁਣ ਸੋਸ਼ਲਿਜ਼ਮ ਦਾ ਪ੍ਰਭਾਵ ਭਾਰਤ ਦੀ ਅਰਥ ਵਿਵਸਥਾ ਉੱਤੇ ਪਿਆ। ਭਾਰਤ ਨੇ ਜਿਹੜਾ ਸੀਗਾ ਜਦੋਂ ਭਾਰਤ ਆਜ਼ਾਦ ਹੋਇਆ ਸੀ ਉਹਨੇ ਮਿਕਸਡ ਇਕਨੋਮੀ ਦਾ ਜਿਹੜਾ ਕਨਸੈਪਟ ਸੀਗਾ, ਮਿਕਸਡ ਇਕਨੋਮੀ ਦਾ ਜਿਹੜਾ ਕਨਸੈਪਟ ਸੀ ਉਹਦਾ ਸਮਰਥਨ ਕੀਤਾ। ਠੀਕ ਹੈ। ਭਾਰਤ ਨੇ ਆਪਣਾ ਜਿਹੜਾ ਸਮਾਜਵਾਦ ਸੀ ਉਹਦੀ ਪਰਿਭਾਸ਼ਾ ਕੀਤੀ। ਠੀਕ ਹੈ ਜੀ। ਹਰ ਵਿਅਕਤੀ ਨੂੰ ਜਿਹੜਾ ਹੈ ਚੀਜ਼ਾਂ ਮਿਲਣੀਆਂ ਚਾਹੀਦੀਆਂ ਔਰ ਜਿਹੜਾ ਭਾਰਤ ਦੇ ਵਿੱਚ ਵਿਕਾਸ ਹੋਏਗਾ ਉਹਦਾ ਸਿੱਧੇ ਤੌਰ ਤੇ ਉਹਦਾ ਜਿਹੜਾ ਹੈ ਸਿੱਧੇ ਤੌਰ ਤੇ ਲੋਕਾਂ ਨੂੰ ਬੈਨੀਫਿਟ ਹੋਣਾ ਚਾਹੀਦਾ। ਸੋ ਇਸ ਚੀਜ਼ ਦਾ ਵੀ ਅਸਰ ਜਿਹੜਾ ਹੈ ਸਾਡੇ ਦੇਸ਼ ਦੀ ਤੇ ਅੰਤਰਰਾਸ਼ਟਰੀ ਜਿਹੜੇ ਫੈਕਟਰ ਸੀਗੇ ਉਹ ਮੈਂ ਕੱਲ ਤੁਹਾਨੂੰ ਸਮਝਾ ਦਿੱਤੇ ਸੀ, ਅੱਜ ਵੀ ਤੁਹਾਨੂੰ ਦੱਸਦਾ ਹੈ।
ਇਹ ਅਸੀਂ ਪੁਆਇੰਟਸ ਕੱਲ ਡਿਟੇਲ ਦੇ ਵਿੱਚ ਜਿਹੜਾ ਹੈ ਡਿਸਕਸ ਕਰਦੇ ਸੀ। ਇਸ ਦੇ ਨਾਲ ਜਿਹੜਾ ਇਹ ਚੈਪਟਰ ਤੇ ਟੌਪਿਕ ਜਿਹੜਾ ਹੈ ਖਤਮ ਹੁੰਦਾ ਹੈ ਤੇ ਇਹਦੇ ਨਾਲ ਯੂਨਿਟ 4 ਦਾ ਜਿਹੜਾ ਪਹਿਲਾ ਚੈਪਟਰ ਹੈ ਉਹ ਖਤਮ ਹੁੰਦਾ ਹੈ। ਕੱਲ ਨੂੰ ਅਸੀਂ ਜਿਹੜਾ ਹੈਗਾ ਫਿਰ ਯੂਨਿਟ 1 ਦਾ ਜਿਹੜਾ ਰਾਸ਼ਟਰੀ ਰਾਜਨੀਤਿਕ ਦਲਾਂ ਵਾਲਾ ਜਿਹੜਾ ਚੈਪਟਰ ਹੈ ਉਹ ਕਰਾਂਗੇ ਕੱਲ ਦੇ ਲੈਕਚਰ ਦੇ ਵਿੱਚ। ਤੇ ਉਸ ਤੋਂ ਬਾਅਦ ਇੱਕ ਦੋ ਪਾਰਟੀਆਂ ਅਸੀਂ ਹੋਰ ਕਰਨੀਆਂ ਉਸ ਟੌਪਿਕ ਦੇ ਵਿੱਚ। ਉਹ ਟੌਪਿਕ ਡਿਸਕਸ ਜਿਹੜਾ ਇਹ ਲੈਕਚਰ ਹੈਗਾ ਆਪਾਂ ਦੋ ਜਿਹੜੇ ਸਾਡੇ ਹੈਗੇ ਆ ਲੈਕਚਰ ਦੇ ਵਿੱਚ ਇਹ ਟੌਪਿਕ ਜਿਹੜਾ ਹੈ ਥੈਂਕ ਯੂ ਫॉर ਅਟੈਂਡਿੰਗ ਮਾਈ ਲੈਕਚਰ। ਇਸ ਲੈਕਚਰ ਨੂੰ ਧਿਆਨ ਨਾਲ ਜਿਹੜਾ ਹੈਗਾ ਉਹ ਤੁਸੀਂ ਸੁਣ ਲਈਏ।